ਹੈਲੋ ਵੈਲਕਮ ਟੂ ਮਾਈ ਚੈਨਲ ਮਿਹਨਤੀ ਬੱਚੇ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਣੇ ਪੀਪੀਐਸਸੀ ਪ੍ਰੀਵੀਅਸ ਈਅਰ ਪੋਲਿਟੀ ਦੇ ਕੁਐਸਚਨਸ ਦੀ ਸੀਰੀਜ਼ ਚੱਲ ਰਹੀ ਹੈ। 10 ਪਾਰਟਸ ਆਲਰੇਡੀ ਡਿਸਕਸ ਹੋ ਚੁੱਕੇ ਹੈ। ਅੱਜ 11 ਪਾਰਟ ਦੇਖਾਂਗੇ। ਜਿਹੜਾ ਪੋਲਿਟੀ ਦੀਆਂ ਮੇਨ ਚੀਜ਼ਾਂ ਨੇ ਉਹ ਆਪਣੀਆਂ ਪਿਛਲੇ 10 ਪਾਰਟ 'ਚ ਕਾਫੀ ਹੱਦ ਤੱਕ ਖਤਮ ਹੋ ਚੁੱਕੀਆਂ ਨੇ। ਇਹ ਤੋਂ ਬਾਅਦ ਪੋਲਿਟੀ ਦੀਆਂ ਆਪਣੀਆਂ 2 ਜਾਂ 3 ਵੀਡੀਓਜ਼ ਹੋਰ ਬਣਨਗੀਆਂ। ਓਕੇ, ਸੋ ਪੋਲਿਟੀ ਫਿਨਿਸ਼ ਹੋ ਜੂਗੀ। ਇਨਵਾਇਰਮੈਂਟ ਆਲਰੇਡੀ ਹੋ ਚੁੱਕੀ ਹੈ। ਉਹ ਤੋਂ ਬਾਅਦ ਆਪਣੀ ਸਾਇੰਸ ਦੀ ਵੀ ਚੱਲ ਰਹੀ ਹੈ। ਸਾਇੰਸ ਦੇ ਵੀ 1 ਜਾਂ 2 ਲੈਕਚਰਸ ਬਾਕੀ ਹੈ। ਓਕੇ, ਸੋ ਅੱਜ ਦੇ ਲੈਕਚਰ 'ਚ ਦੇਖਦੇ ਹਾਂ ਕੀ ਪੜ੍ਹਾਂਗੇ। ਇੱਕ ਤੁਹਾਡੇ ਲਈ ਕੁਐਸਚਨਸ ਹੈ। ਇੱਕ ਕੁਐਸਚਨ ਹੈ ਤੁਹਾਡੇ ਲਈ, ਉਹ ਇਹ ਹੈ ਕਿ ਤੁਸੀਂ ਮੈਨੂੰ ਦੱਸਣਾ ਹੈ ਕਿ ਹੁਣੀ ਰੀਸੈਂਟਲੀ ਕਿਹੜੀ ਸਟੇਟਸ ਦੇ ਵਿੱਚ ਇਲੈਕਸ਼ਨਸ ਹੋ ਕੇ ਚੁੱਕੇ ਹੈ। ਬਿਕੋਜ਼ ਇਹ ਬਹੁਤ ਇੰਪੋਰਟੈਂਟ ਹੈ। ਪੇਪਰ 'ਚ ਐਸੇ ਕੁਐਸਚਨਸ ਵੀ ਆਉਂਦੇ ਹੈ ਕਿ ਕਿਹੜੀ ਸਟੇਟ 'ਚ ਰੀਸੈਂਟਲੀ ਇਲੈਕਸ਼ਨਸ ਹੋਏ ਸੀ, ਤਾਂ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੋਗੇ। ਅੱਜ ਦੇ ਆਪਣੇ ਟੌਪਿਕ ਹੈਗੇ ਨੇ, ਇੱਕ ਤਾਂ ਆਪਾਂ ਪੜ੍ਹਾਂਗੇ ਅੱਜ ਇਲੈਕਸ਼ਨ ਕਮਿਸ਼ਨ ਦੇ ਬਾਰੇ। ਓਕੇ, ਨੈਕਸਟ ਡਿਸਕਸ ਕਰਾਂਗੇ ਸਟੇਟ ਕਮਿਸ਼ਨ ਦੇ ਬਾਰੇ, ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਦੇ ਬਾਰੇ। ਤੇ ਥਰਡ ਆਪਾਂ ਕੁਐਸਚਨਸ ਦੇਖਾਂਗੇ ਕਿ ਜੋ ਨੈਸ਼ਨਲ ਪਾਰਟੀ ਜਾਂ ਸਟੇਟ ਪਾਰਟੀ ਦੇ ਉੱਪਰ ਆਏ ਹੋਏ ਹੈ। ਜਨਰਲੀ ਤੁਸੀਂ ਦੇਖਿਆ ਹੀ ਹੋਊਗਾ ਕਿ ਮੈਂ ਆਪਣੀ ਵੀਡੀਓਜ਼ ਦੇ ਵਿੱਚ ਜੋ ਵੀ ਕੁਐਸਚਨਸ ਜਿਹੜੇ ਟੌਪਿਕ 'ਤੇ ਆਪਾਂ ਡਿਸਕਸ ਕਰਦੇ ਹਾਂ ਉਹਦੇ ਨਾਲ ਥਿਊਰੀ ਵੀ ਕਰਵਾ ਦਿੰਦੀ ਹੈ। ਤਾਂ ਜਿਹੜੀ ਇਹ ਸੀਰੀਜ਼ ਚੱਲ ਰਹੀ ਹੈ ਉਹ ਐਵੇਂ ਨਹੀਂ ਹੈਗਾ ਕਿ ਸਿਰਫ ਪੀਪੀਐਸਸੀ ਜਿਹੜੇ ਬੱਚਿਆਂ ਨੇ ਪੀਪੀਐਸਸੀ ਦਾ ਐਗਜ਼ਾਮ ਦੇਣਾ ਹੈ ਉਹਨਾਂ ਲਈ ਹੈ। ਪੰਜਾਬ ਦੇ ਕੋਈ ਵੀ ਪੇਪਰ ਤੁਸੀਂ ਦੇਣਾ ਉੱਥੇ ਤੁਹਾਡੇ ਸਾਰੇ ਕਨਸੈਪਟਸ ਕੰਮ ਤਾਂ ਆਉਣਗੇ। ਇਨਫੈਕਟ ਪੰਜਾਬ ਕਿਉਂ, ਇੰਡੀਆ ਲੈਵਲ 'ਤੇ ਕੋਈ ਵੀ ਦੇਣਾ ਪੋਲਿਟੀ ਤਾਂ ਸੇਮ ਹੀ ਰਹੂਗੀ ਨਾ। ਸੋ ਹਰ ਜਗ੍ਹਾ ਚੀਜ਼ਾਂ ਸੇਮ ਹੀ ਹੁੰਦੀਆਂ, ਬਸ ਥੋੜ੍ਹਾ ਜਿਹਾ ਇੱਧਰ ਉੱਧਰ ਕਰਕੇ ਪਾਉਂਦੇ ਆ। ਸੋ ਆਈ ਹੋਪ ਤੁਹਾਨੂੰ ਕਾਪੀ ਪੈਨ ਚੱਕ ਲਿਆ ਹੋਊਗਾ, ਕਿਉਂਕਿ ਆਪਾਂ ਨਾਲ ਥੋੜ੍ਹਾ ਡਿਸਕਸ ਵੀ ਕਰਾਂਗੇ ਟੌਪਿਕਸ ਦੇ ਬਾਰੇ ਕੁਐਸਚਨਸ ਦੇ ਨਾਲ। ਸੋ ਅੱਜ ਦੀ ਡਿਸਕਸ਼ਨ ਨੂੰ ਸਟਾਰਟ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾ ਕੁਐਸਚਨ ਹੈ ਕਿ ਇਲੈਕਸ਼ਨ ਕਮਿਸ਼ਨ ਹੈ ਜਿਹੜਾ ਇੰਡੀਆ ਦਾ, ਉਹ ਸੈਟਅਪ ਕਦੋਂ ਹੋਇਆ ਸੀ। ਇਹਦਾ ਆਨਸਰ ਕੀ ਆਊਗਾ? ਇਹਦਾ ਆਨਸਰ ਹੈ ਏ, ਦੈਟ ਇਜ਼ 1950 ਜਨਵਰੀ ਦੇ ਵਿੱਚ। ਅਗਰ ਮੈਂ ਐਗਜ਼ੈਕਟ ਡੇਟ ਦੇਖਾਂ ਹੋਈ ਸੀ 25 ਜਨਵਰੀ 1950। ਹੁਣ ਦੇਖੋ, ਅਗਰ ਇਹ ਕੁਐਸਚਨ ਆ ਜੇ ਕਿ ਫਸਟ ਟਾਈਮ ਇਲੈਕਸ਼ਨਸ ਕਦੋਂ ਕੰਡਕਟ ਹੋਏ ਸੀ ਇੰਡੀਆ ਦੇ ਵਿੱਚ, ਤਾਂ ਉਹ ਵੀ ਡੇਟ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫਸਟ ਟਾਈਮ ਇਲੈਕਸ਼ਨਸ ਜਿਹੜੇ ਸੀ ਉਹ ਹੋਏ ਸੀ। ਹੁਣ ਇਲੈਕਸ਼ਨ ਕਮਿਸ਼ਨ ਤਾਂ ਬਣ ਗਿਆ 1950 ਦੇ ਵਿੱਚ। ਇਹਦਾ ਕੰਮ ਕੀ ਹੈ ਇਲੈਕਸ਼ਨ ਕਮਿਸ਼ਨ ਦਾ? ਇਲੈਕਸ਼ਨਸ ਕੰਡਕਟ ਕਰਵਾਉਣੇ। ਸੋ ਇਲੈਕਸ਼ਨ ਵੀ ਲਾਜ਼ਮੀ ਹੋਏ ਹੋਣੇ ਹੈ। ਸੋ ਇਲੈਕਸ਼ਨਸ ਕਦੋਂ ਹੋਏ ਸੀ? ਇਹ ਹੋਏ ਸੀ 25 ਅਕਤੂਬਰ 1951। ਅਗਲੇ ਸਾਲ ਤੋਂ ਹੀ ਸਟਾਰਟ ਹੋ ਗਏ ਸੀ ਟੂ 21 ਫੈਬ 1952 ਨੂੰ ਇਲੈਕਸ਼ਨਸ ਕੰਡਕਟ ਕੀਤੇ ਗਏ ਸੀ ਫਸਟ ਟਾਈਮ। ਜਿਹੜੀ ਆਪਣੀ ਲੋਕ ਸਭਾ ਸੀ ਪਹਿਲੀ ਵਾਰ ਕਦੋਂ ਬਣੀ ਸੀ? ਇਹ ਮੈਂ ਪਿਛਲੇ ਜਦੋਂ ਆਪਾਂ ਪਾਰਲੀਮੈਂਟ ਦਾ ਟੌਪਿਕ ਕੀਤਾ ਸੀ ਉਹਦੇ ਵਿੱਚ ਵੀ ਦੱਸਿਆ ਸੀ। ਜਿਹੜੀ ਫਸਟ ਲੋਕ ਸਭਾ ਸੀ ਉਹ ਫਾਰਮ ਹੋਈ ਸੀ 17 ਅਪ੍ਰੈਲ 1952। ਤੇ ਜਿਹੜੀ ਫਸਟ ਰਾਜ ਸਭਾ ਸੀ ਉਹ ਕਦੋਂ ਫਾਰਮ ਹੋਈ ਸੀ ਆਪਣੀ? 13 ਮਈ 1952। ਓਕੇ, ਸੋ ਹੁਣ ਇਲੈਕਸ਼ਨ ਕਮਿਸ਼ਨ ਦੇ ਕੁਐਸਚਨਸ ਦੇਖਣ ਤੋਂ ਪਹਿਲਾਂ ਇਹਦੇ ਬਾਰੇ ਕੁਝ ਬੇਸਿਕ ਡਿਟੇਲਸ ਪੜ੍ਹਦੇ ਹਾਂ, ਬਿਕੋਜ਼ ਇਟਸ ਵੈਰੀ ਇੰਪੋਰਟੈਂਟ, ਕਿਤੇ ਨਾ ਕਿਤੇ ਤੁਹਾਡੇ ਕੰਮ ਆਉਣਗੀਆਂ। ਦੇਖੋ, ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈ ਉਹ ਇੱਕ ਕੀ ਹੈ? ਕੌਨਸਟੀਟਿਊਸ਼ਨਲ ਬਾਡੀ ਹੈ। ਮੀਨਸ ਕੌਨਸਟੀਟਿਊਸ਼ਨ ਦੇ ਵਿੱਚ ਉਹਦਾ ਮੈਂਸ਼ਨ ਹੈ। ਓਕੇ, ਪਹਿਲੀ ਗੱਲ ਤਾਂ ਇਹੀ ਯਾਦ ਰੱਖਣੀ ਹੈ। ਦੂਸਰੀ ਗੱਲ, ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੇ ਆਰਟੀਕਲ ਨੰਬਰ 324 ਹੈ ਉਹਦੇ ਵਿੱਚ ਕਿਹਾ ਗਿਆ ਹੈ, ਮਤਲਬ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ ਗਈ ਹੈ। ਆਰਟੀਕਲ ਨੰਬਰ 324 ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ ਗਈ ਹੈ। ਓਕੇ, ਤੇ ਇਹ ਆਪਣੇ ਕੌਨਸਟੀਟਿਊਸ਼ਨ 'ਚ ਪਾਰਟ 15 ਦੇ ਵਿੱਚ ਹੈ। ਓਕੇ, ਸੋ ਨੈਕਸਟ ਦੇਖੋ, ਹੁਣ ਆਪਣਾ ਇਲੈਕਸ਼ਨ ਕਮਿਸ਼ਨ ਹੈ, ਆਹ ਇਲੈਕਸ਼ਨ ਕਮਿਸ਼ਨ ਹੈ। ਤੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ 3 ਮੈਂਬਰ ਬੋਡੀ ਹੈ ਪ੍ਰੈਜ਼ੈਂਟ ਟਾਈਮ ਦੇ ਵਿੱਚ। ਪਰ ਪਹਿਲਾਂ ਐਵੇਂ ਨਹੀਂ ਸੀ। ਜਦੋਂ ਬਣਿਆ 1950 ਦੇ ਵਿੱਚ ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਸੀ ਉਹ ਸਿੰਗਲ ਮੈਂਬਰ ਬੋਡੀ ਸੀ। ਮੈਂ ਤੁਹਾਨੂੰ ਥੋੜ੍ਹੀ ਜਿਹੀ ਹਿਸਟਰੀ ਦੱਸਣਾ ਚਾਹੁੰਦੀ ਹਾਂ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਬਾਰੇ, ਬਿਕੋਜ਼ ਇਹ ਬਹੁਤ ਇੰਪੋਰਟੈਂਟ ਹੈ। ਪਹਿਲਾਂ ਸੁਣ ਲਓ, ਜਿਹੜਾ ਇਸ ਟਾਈਮ ਪ੍ਰੈਜ਼ੈਂਟ ਇਲੈਕਸ਼ਨ ਕਮਿਸ਼ਨ ਹੈ ਉਹਦੇ ਵਿੱਚ ਬੇਸਿਕਲੀ ਆਪਣੇ ਕੋਲੋਂ 3 ਮੈਂਬਰ ਬੋਡੀ ਹੈ। ਉਹਦੇ ਵਿੱਚ ਇੱਕ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਅਤੇ 2 ਹੋਰ ਇਲੈਕਸ਼ਨ ਕਮਿਸ਼ਨਰਸ ਨੇ। ਓਕੇ, ਹੁਣ ਦੇਖੋ, ਥੋੜ੍ਹਾ ਜਿਹਾ ਮੈਂ ਪਾਰਟ 'ਚ ਲੈ ਕੇ ਜਾਣਾ ਚਾਹੁੰਦੀ ਹਾਂ। ਪਹਿਲਾਂ ਕੀ ਸੀ, 1950 ਤੋਂ ਲੈ ਕੇ 1989 ਤੱਕ ਦੀ ਗੱਲ ਕਰੀਏ, ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਸੀ ਨਾ ਉਹ ਸਿੰਗਲ ਮੈਂਬਰ ਬੋਡੀ ਸੀ, ਮਤਲਬ ਇੱਕੋ ਹੀ ਬੰਦਾ ਸੀ। ਠੀਕ ਹੈ,
ਸਿੰਗਲ ਮੈਂਬਰ ਬੋਡੀ ਸੀ। ਫਿਰ ਆਪਣੇ ਕੋਲ ਕੀ ਹੋਇਆ, ਇੱਕ ਆਪਣੇ ਕੋਲ ਅਮੈਂਡਮੈਂਟ ਆਈ 61st ਅਮੈਂਡਮੈਂਟ ਐਕਟ 1988 ਦੇ ਵਿੱਚ ਇੱਕ ਐਕਟ ਆਇਆ। ਇਹ ਐਕਟ ਨੇ ਕੀ ਕੀਤਾ, ਜਿਹੜੀ ਵੋਟਿੰਗ ਦੀ ਮਿਨੀਮਮ ਏਜ ਹੈ ਉਹਨੂੰ 21 ਈਅਰਸ ਤੋਂ ਕਿੰਨਾ ਕਰਤਾ, 18 ਈਅਰਸ ਕਰਤਾ। ਮਤਲਬ ਹੁਣ ਜ਼ਿਆਦਾ ਲੋਕ ਵੋਟ ਕਰ ਪਾਉਣਗੇ, ਕੰਮ ਵਧਾ। ਇਲੈਕਸ਼ਨ ਕਮਿਸ਼ਨ ਦਾ ਕੰਮ ਕੀ ਹੈ, ਇਲੈਕਸ਼ਨਸ ਨੂੰ ਕੰਡਕਟ ਕਰਵਾਉਣਾ, ਤਾਂ ਕੰਮ ਵੱਧ ਗਿਆ, ਸਿੰਗਲ ਪਰਸਨ ਦੇ ਬਸ ਦਾ ਨਹੀਂ ਰਿਹਾ। ਤਾਂ ਇਹਨਾਂ ਨੇ ਕੀ ਕੀਤਾ, ਸੌਰੀ ਦੇਅਰ ਇਜ਼ ਸਮ ਟੈਕਨੀਕਲ ਐਰਰ, ਸੋ ਹੋ ਗਿਆ ਠੀਕ। ਚਲੋ ਹੁਣ ਆਪਣੇ ਕੋਲ ਇਹ ਹੋ ਗਿਆ। ਇਹ ਤੋਂ ਬਾਅਦ ਇਹਨਾਂ ਨੇ 1989 ਦੇ ਵਿੱਚ ਕੀ ਕੀਤਾ, ਦੇਖਿਆ ਕਿ ਵੀ ਇੱਕ ਸਿੰਗਲ ਜਿਹੜਾ ਬੰਦਾ ਹੈ ਉਹ ਸਾਰਾ ਕੁਝ ਨਹੀਂ ਸੰਭਾਲ ਪਾਊਗਾ। ਤਾਂ ਇਹਨਾਂ ਨੇ 2 ਹੋਰ ਇਲੈਕਸ਼ਨ ਕਮਿਸ਼ਨਰਸ ਨੂੰ ਅਪੁਆਇੰਟ ਕੀਤਾ, ਪ੍ਰੈਜ਼ੀਡੈਂਟ ਨੇ ਕੀਤਾ, ਇਹਨਾਂ ਨੇ ਨਹੀਂ, ਪ੍ਰੈਜ਼ੀਡੈਂਟ ਨੇ ਕੀਤਾ 2 ਹੋਰ ਇਲੈਕਸ਼ਨ ਕਮਿਸ਼ਨਰਸ ਨੂੰ ਅਪੁਆਇੰਟ। ਤਾਂ ਇਸ ਟਾਈਮ 'ਤੇ 1989 ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਸੌਰੀ, ਉਹ ਆਪਣੇ ਕੋਲ 3 ਮੈਂਬਰ ਬੋਡੀ ਬਣ ਗਈ। ਓਕੇ, ਫਿਰ ਉਹ ਤੋਂ ਬਾਅਦ 1990 ਦੇ ਵਿੱਚ ਇਹ ਚੀਜ਼ ਨੂੰ ਰਿਮੂਵ ਕਰ ਦਿੱਤਾ ਗਿਆ, ਫਿਰ ਉਹਨੂੰ ਸਿੰਗਲ ਮੈਂਬਰ ਬੋਡੀ ਬਣਾ ਦਿੱਤਾ ਗਿਆ। ਓਕੇ, ਫਿਰ ਆਪਣੇ ਕੋਲ 1993, ਅਗਰ ਆਪਾਂ ਐਗਜ਼ੈਕਟ ਡੇਟ ਦੇਖੀਏ, ਅਕਤੂਬਰ 1993 ਦੇ ਵਿੱਚ ਕੀ ਹੋਇਆ, ਉਸ ਟਾਈਮ ਆਪਣੇ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਸੀ ਡਾਕਟਰ ਸ਼ੰਕਰ ਦਿਆਲ ਸ਼ਰਮਾ। ਡਾਕਟਰ ਸ਼ੰਕਰ ਦਿਆਲ ਸ਼ਰਮਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਫੇਰ ਤੋਂ 3 ਮੈਂਬਰ ਬੋਡੀ ਬਣਾਤਾ, ਅਤੇ ਹੁਣ ਵੀ ਉਹੀ ਚੀਜ਼ ਚੱਲਦੀ ਆ ਰਹੀ ਹੈ। ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈ ਹੁਣ ਵੀ 3 ਮੈਂਬਰ ਬੋਡੀ ਹੈ। ਇਹ ਥੋੜ੍ਹਾ ਜਿਹਾ ਡਿਟੇਲ ਦੱਸਣੀ ਜ਼ਰੂਰੀ ਸੀ, ਕਿਤੇ ਨਾ ਕਿਤੇ ਐਗਜ਼ਾਮ ਦੇ ਵਿੱਚ ਪੁੱਛ ਸਕਦੇ ਆ। ਓਕੇ, ਸੋ ਹੁਣ ਆਪਾਂ ਕੁਝ ਬੇਸਿਕ ਚੀਜ਼ਾਂ ਦੇਖਦੇ ਹਾਂ। ਹੁਣ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਕੌਂਸਟੀਟਿਊਸ਼ਨਲ ਬੋਡੀ ਹੈ, ਠੀਕ ਹੈ। ਹੁਣ ਜਿਹੜੇ ਆਪਣੇ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਹੋ ਗਿਆ, ਇਲੈਕਸ਼ਨ ਕਮਿਸ਼ਨਰਸ ਹੋ ਗਏ, ਇਹਨਾਂ ਨੂੰ ਅਪੁਆਇੰਟ ਕੌਣ ਕਰਦਾ, ਇਹਨਾਂ ਨੂੰ ਅਪੁਆਇੰਟ ਕਰਦਾ ਆਪਣਾ ਪ੍ਰੈਜ਼ੀਡੈਂਟ। ਓਕੇ, ਅਤੇ ਰੈਜ਼ਿਗਨੇਸ਼ਨ ਵੀ ਕਿਹਨੂੰ ਦਿੰਦੇ ਆ, ਇਹ ਰੈਜ਼ਿਗਨੇਸ਼ਨ ਦਿੰਦੇ ਆ ਪ੍ਰੈਜ਼ੀਡੈਂਟ ਨੂੰ। ਇਹ ਚੀਜ਼ ਲਿਖ ਲਓ, ਟੇਬਲ ਬਣਾ ਕੇ, ਮੈਂ ਤੁਹਾਨੂੰ ਸਾਰਿਆਂ ਦੀ ਕਰਵਾਈ ਹੈ, ਯਾਦ ਹੈ ਨਾ, ਹਰ ਇੱਕ ਆਫਿਸ ਦੀ ਤੁਹਾਨੂੰ ਮੈਂ ਕਰਵਾਈ ਹੈ, ਪ੍ਰੈਜ਼ੀਡੈਂਟ ਤੋਂ ਲੈ ਕੇ ਜਿੰਨੇ ਵੀ ਕੁਐਸਚਨਸ ਆਪਾਂ ਕੀਤੇ ਆ। ਸੋ ਰੈਜ਼ਿਗਨੇਸ਼ਨ ਹੋ ਗਿਆ। ਉਹ ਤੋਂ ਬਾਅਦ ਰਿਮੂਵਲ, ਦੇਖੋ ਇਹਨਾਂ ਦੇ ਰਿਮੂਵਲ ਦਾ ਕੌਂਸਟੀਟਿਊਸ਼ਨ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ, ਪਰ ਅਗਰ ਆਪਾਂ ਨੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਰਿਮੂਵ ਕਰਨਾ ਹੈ ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਰਿਮੂਵ ਕੀਤਾ ਜਾ ਸਕਦਾ ਹੈ, ਸੇਮ ਉਹ ਪ੍ਰੋਸੀਜਰ ਫੋਲੋ ਕਰਨਾ ਪਊਗਾ ਜੋ ਸੁਪਰੀਮ ਕੋਰਟ ਜੱਜ ਦੇ ਕੇਸ ਦੇ ਵਿੱਚ ਫੋਲੋ ਕੀਤਾ ਜਾਂਦਾ ਹੈ। ਓਕੇ, ਇਹ ਵੀ ਆਪਣਾ ਆਲਰੇਡੀ ਹੋ ਚੁੱਕਾ ਹੈ। ਉਹ ਤੋਂ ਬਾਅਦ ਹੁਣ ਜਿਹੜੇ ਦੂਸਰੇ ਇਲੈਕਸ਼ਨ ਕਮਿਸ਼ਨਰਸ ਹੈ, ਅਗਰ ਉਹਨਾਂ ਨੂੰ ਰਿਮੂਵ ਕਰਨਾ ਹੈ ਤਾਂ ਉਹਦੇ ਲਈ ਜਿਹੜਾ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਹੈ, ਅਗਰ ਉਹ ਪ੍ਰੈਜ਼ੀਡੈਂਟ ਨੂੰ ਕਹੂਗਾ, ਰਿਕਮੈਂਡ ਕਰੂਗਾ ਕਿ ਮੈਨੂੰ ਇਹ ਬੰਦਿਆਂ ਦਾ ਕੰਮ ਸਹੀ ਨਹੀਂ ਲੱਗ ਰਿਹਾ, ਇਹਨਾਂ ਨੂੰ ਰਿਮੂਵ ਕਰੋ, ਠੀਕ ਹੈ, ਤਾਂ ਉਹ ਰਿਮੂਵ ਹੋਣਗੇ। ਅਤੇ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਗੱਲ ਮੰਨ ਵੀ ਸਕਦਾ, ਦੀ ਐਡਵਾਈਸ ਮੰਨ ਵੀ ਸਕਦਾ ਰਿਮੂਵ ਕਰਨ ਦੀ, ਅਤੇ ਨਹੀਂ ਵੀ ਮੰਨ ਸਕਦਾ। ਮਤਲਬ ਇਹਨਾਂ ਨੂੰ ਰਿਮੂਵ ਕਰਨਾ ਨਾ ਕਰਨਾ ਕਿਹਦੇ ਹੱਥ 'ਚ ਹੈ, ਪ੍ਰੈਜ਼ੀਡੈਂਟ ਦੇ। ਓਕੇ, ਨੈਕਸਟ ਗੱਲ ਹੁਣ ਇਹ ਹੋ ਗਈ। ਅੱਛਾ, ਕੁਆਲੀਫਿਕੇਸ਼ਨ, ਹੁਣ ਕੀ ਕੁਆਲੀਫਿਕੇਸ਼ਨ ਚਾਹੀਦੀ ਅਗਰ ਕਿਸੇ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਾਣਾ ਹੈ, ਕੋਈ ਵੀ ਕੁਆਲੀਫਿਕੇਸ਼ਨ ਹੈ ਜਿਹੜੀ ਮੈਂਸ਼ਨ ਨਹੀਂ ਹੈ ਕੌਂਸਟੀਟਿਊਸ਼ਨ ਦੇ ਵਿੱਚ ਇਲੈਕਸ਼ਨ ਕਮਿਸ਼ਨਰ ਦੇ ਉੱਪਰ। ਓਕੇ, ਉਹ ਤੋਂ ਬਾਅਦ ਇੱਕ ਮੇਨ ਗੱਲ ਮੈਂ ਦੱਸਣਾ ਭੁੱਲ ਗਈ, ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਹੈ, ਠੀਕ ਹੈ, ਹੁਣ ਉਹਦਾ ਕੰਮ ਹੈ ਕੰਡਕਟ ਕਰਨਾ ਇਲੈਕਸ਼ਨਸ ਨੂੰ, ਅਤੇ ਉਹ ਕਾਹਦੇ ਇਲੈਕਸ਼ਨਸ ਨੂੰ ਕੰਡਕਟ ਕਰਦਾ ਹੈ, 6 ਬੋਡੀਜ਼ ਹੈ। ਦੇਖੋ ਕਿਹੜੀਆਂ ਨੇ, ਸਭ ਤੋਂ ਪਹਿਲਾਂ ਆਪਣਾ ਪ੍ਰੈਜ਼ੀਡੈਂਟ, ਨੈਕਸਟ ਹੋ ਗਿਆ ਆਪਣਾ ਵਾਈਸ ਪ੍ਰੈਜ਼ੀਡੈਂਟ, ਉਹ ਤੋਂ ਬਾਅਦ ਆਪਣੇ ਹੋ ਗਏ ਲੋਕ ਸਭਾ ਦੇ ਇਲੈਕਸ਼ਨਸ, ਨੈਕਸਟ ਰਾਜ ਸਭਾ ਦੇ ਇਲੈਕਸ਼ਨਸ, ਉਹ ਤੋਂ ਬਾਅਦ ਜਿਹੜੀ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਹੈ ਉਹ ਵਾਲੇ ਹੋ ਗਏ, ਅਤੇ ਸਟੇਟ ਲੈਜਿਸਲੇਟਿਵ ਕਾਊਂਸਲਸ ਜਿੱਥੇ ਜਿੱਥੇ ਹੈਗੀਆਂ ਨੇ ਉੱਥੇ ਦੇ। ਓਕੇ, ਜਿਹੜੇ ਆਪਣੇ ਪੰਚਾਇਤ ਅਤੇ ਮਿਊਨਸੀਪੈਲਿਟੀ ਦੇ ਇਲੈਕਸ਼ਨਸ ਹੈ ਉਹ ਕੌਣ ਕਰਵਾਉਂਦਾ, ਸਟੇਟ ਇਲੈਕਸ਼ਨ ਕਮਿਸ਼ਨਰ। ਇਹ ਆਪਾਂ ਬਾਅਦ 'ਚ ਦੇਖਾਂਗੇ ਜਦੋਂ ਉਹਨਾਂ ਦੇ ਕੁਐਸਚਨਸ ਪੜ੍ਹਾਂਗੇ। ਓਕੇ, ਸੋ ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਅਤੇ ਇਹਨੂੰ ਪਾਵਰ ਕਿਹੜੇ ਆਰਟੀਕਲ ਦੇ ਤਹਿਤ ਮਿਲੀ ਹੋਈ ਹੈ, ਇਲੈਕਸ਼ਨਸ ਇਹਨਾਂ 6 ਦੇ ਕਰਵਾਉਣ ਦੀ, ਇਹ ਹੈਗਾ ਆਰਟੀਕਲ ਨੰਬਰ 324। ਇੰਪੋਰਟੈਂਟ ਹੈ, ਇਸ ਲਈ ਇੰਨੀ ਡਿਟੇਲ 'ਚ ਅਤੇ ਆਰਾਮ ਨਾਲ ਕਰਵਾ ਰਹੀ ਹਾਂ, ਧਿਆਨ ਨਾਲ ਸੁਣ ਲਓ। ਓਕੇ, ਉਹ ਤੋਂ ਬਾਅਦ ਹੁਣ ਤੁਹਾਨੂੰ ਕੁਆਲੀਫਿਕੇਸ਼ਨ ਦੱਸਤੀ। ਹੁਣ ਟਰਮ ਕਿੰਨੀ ਹੁੰਦੀ ਹੈ, ਅਗਰ ਕੋਈ ਇਲੈਕਸ਼ਨ ਕਮਿਸ਼ਨਰ ਬਣ ਗਿਆ, ਚੀਫ ਇਲੈਕਸ਼ਨ ਕਮਿਸ਼ਨਰ ਬਣ ਗਿਆ, ਤਾਂ ਐਂ ਥੋੜ੍ਹੀ ਆ ਪੂਰੀ ਉਮਰ ਹੀ ਉਹੀ ਬਣਿਆ ਰਹੂ, ਚੇਂਜ ਹੁੰਦੇ ਆ ਨਾ, ਮੀਨਸ ਇਹਨਾਂ ਦੀ ਕੋਈ ਟਰਮ ਹੁੰਦੀ ਹੈ। ਚੀਫ ਇਲੈਕਸ਼ਨ ਕਮਿਸ਼ਨਰ ਦੀ ਵੀ ਅਤੇ ਇਲੈਕਸ਼ਨ ਕਮਿਸ਼ਨਰ ਦੀ ਵੀ ਸੇਮ ਹੁੰਦੀ ਹੈ। ਕਿੰਨੀ ਹੁੰਦੀ ਹੈ, ਜਾਂ ਤਾਂ 65 ਈਅਰਸ ਕੰਪਲੀਟ ਕੀਤੇ ਹੋਣ ਔਰ 6 ਈਅਰਸ ਹੋ ਗਿਆ ਉਹਨਾਂ ਨੂੰ ਉਹਦੇ ਟੈਨਿਓਰ ਨੂੰ, ਠੀਕ ਹੈ, ਤਾਂ ਇਹਨਾਂ ਦੀ ਇਹ ਟਰਮ ਹੈ, ਇਹ ਯਾਦ ਰੱਖ ਲਿਓ।
ਉਹ ਤੋਂ ਬਾਅਦ ਜਿਹੜੀ ਇਹਨਾਂ ਦੀ ਸੈਲਰੀ ਆ ਉਹ ਕੌਣ ਡਿਸਾਈਡ ਕਰਦੀ ਹੈ? ਪਾਰਲੀਮੈਂਟ। ਠੀਕ ਹੈ। ਉਹ ਤੋਂ ਬਾਅਦ ਇੱਕ ਹੋਰ ਗੱਲ ਦੇਖਣੀ ਹੈ ਇਹਦੇ ਵਿੱਚ ਤੁਸੀਂ, ਜਿਹੜਾ ਬੜਾ ਹੀ ਕੁਐਸਚਨ ਕਾਮਨ ਹੈ ਪੰਜਾਬ ਦੇ ਐਗਜ਼ਾਮਸ ਦੇ ਵਿੱਚ, ਆਈ ਥਿੰਕ 16 ਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਸੀ ਕਿਸੇ ਨਾ ਕਿਸੇ ਪੇਪਰ ਦੇ ਵਿੱਚ, 17 'ਚ ਵੀ ਆਇਆ ਅਤੇ 18 'ਚ ਵੀ ਆਇਆ ਹੈ, ਆਊਗਾ, ਆਇਆ ਵੀ ਹੈ, ਆਊਗਾ ਵੀ। ਦੇਖੋ ਹੁਣ ਜਿਹੜੇ ਆਪਣੇ ਪ੍ਰੈਜ਼ੈਂਟ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹ ਕੌਣ ਹੈ? ਇਹ ਕਰੰਟ ਅਫੇਅਰ ਦਾ ਵੀ ਕੁਐਸਚਨ ਹੈ ਇੱਕ ਤਰੀਕੇ ਨਾਲ, ਕਿਉਂਕਿ ਆਪਣੇ 2 ਦਸੰਬਰ 2018 ਨੂੰ ਹੀ ਇਹ ਚੇਂਜ ਹੋਏ ਹੈ। ਹੁਣ ਆਪਣੇ ਹੈਗੇ ਹੈ ਮਿਸਟਰ ਸੁਨੀਲ ਅਰੋੜਾ। ਇਹਨਾਂ ਤੋਂ ਪਹਿਲਾਂ ਕੌਣ ਸੀ? ਓਮ ਪ੍ਰਕਾਸ਼ ਰਾਵਤ। ਓਕੇ, ਸੋ ਇਹ ਯਾਦ ਰੱਖਿਓ, ਉਹਨੂੰ ਤਾਂ ਚੰਗੀ ਤਰੀਕੇ ਨਾਲ ਘੋਟਾ ਲਾ ਲਓ। ਠੀਕ ਹੈ ਨਾ, ਇਹ ਚੀਜ਼ ਭੁੱਲਣੀ ਨਹੀਂ ਤੁਹਾਨੇ। ਸੋ ਬੇਸਿਕ ਚੀਜ਼ਾਂ ਆਪਾਂ ਨੇ ਦੇਖ ਲਈਆਂ। ਹੁਣ ਨੈਕਸਟ ਕਰਦੇ ਹਾਂ ਕੁਐਸਚਨਸ 'ਤੇ। ਪ੍ਰੈਜ਼ੈਂਟ ਆ ਗਿਆ ਨਾ, ਪ੍ਰੈਜ਼ੈਂਟ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਹੈ? ਹੁਣੇ ਦੱਸਿਆ, ਸੁਨੀਲ ਅਰੋੜਾ। ਓਕੇ, ਬੀ। ਨੈਕਸਟ, ਇਲੈਕਸ਼ਨ ਕਮਿਸ਼ਨ ਹੈ ਜਿਹੜੀ ਉਹ ਕਿਹੜੀ ਬੋਡੀ ਹੈ? ਕੌਨਸਟੀਟਿਊਸ਼ਨਲ ਬੋਡੀ। ਓਕੇ, ਨੈਕਸਟ, ਚੀਫ ਇਲੈਕਸ਼ਨ ਕਮਿਸ਼ਨਰ ਹੈ ਜਿਹੜਾ ਉਹਨੂੰ ਅਪੋਇੰਟ ਕੌਣ ਕਰਦਾ? ਤੁਹਾਨੂੰ ਮੈਂ ਆਲਰੇਡੀ ਸਾਰਾ ਕੁਝ ਦੱਸ ਚੁੱਕੀ ਹਾਂ, ਦੇਖ ਲਓ ਹੈ ਨਾ। ਏ, ਦੈਟ ਇਜ਼ ਪ੍ਰੈਜ਼ੀਡੈਂਟ ਆਫ ਇੰਡੀਆ। ਨੈਕਸਟ, ਇਲੈਕਸ਼ਨ ਟੂ ਦ ਆਫਿਸ ਆਫ ਪ੍ਰੈਜ਼ੀਡੈਂਟ ਇਜ਼ ਕੰਡਕਟਿਡ ਬਾਏ, ਪ੍ਰੈਜ਼ੀਡੈਂਟ ਦੇ ਆਫਿਸ ਦਾ ਇਲੈਕਸ਼ਨਸ ਕੌਣ ਕਰਾਉਂਦਾ ਹੈ? ਸੋਚੋ, ਦੱਸਿਆ ਸੀ 6 ਦੇ ਕੌਣ ਕਰਾਉਂਦਾ ਹੈ, ਦੱਸਿਆ ਸੀ ਨਾ, ਡੀ, ਦੈਟ ਇਜ਼ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਨੈਕਸਟ, ਕਹਿੰਦਾ ਪਹਿਲੀ ਵਾਰ ਜਿਹੜੀ ਸਟੇਟ ਕਮਿਊਨਿਸਟ ਪਾਰਟੀ ਹੈ ਉਹਨੇ ਆਪਣੀ ਗਵਰਨਮੈਂਟ ਬਣਾਈ ਸੀ, ਮਤਲਬ ਕਿਹੜੀ ਸਟੇਟ ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਉਹਨੇ ਆਪਣੀ ਗਵਰਨਮੈਂਟ ਫਾਰਮ ਕੀਤੀ ਸੀ? ਇਹਦਾ ਆਨਸਰ ਆਊਗਾ ਸੀ, ਦੈਟ ਇਜ਼ ਕੇਰਲਾ। ਓਕੇ, ਸੋ ਨੈਕਸਟ ਕੁਐਸਚਨ ਹੈ, ਫਸਟ ਜਨਰਲ ਇਲੈਕਸ਼ਨਸ ਇੰਡੀਆ ਦੇ ਵਿੱਚ ਕਦੋਂ ਹੋਏ ਸੀ? ਤੁਹਾਨੂੰ ਮੈਂ ਦੱਸਿਆ ਆਲਰੇਡੀ, ਏ, ਦੈਟ ਇਜ਼ ਅਕਤੂਬਰ 1951। ਅਕਤੂਬਰ ਤੋਂ ਲੈ ਕੇ ਫੈਬ ਤੱਕ ਦੱਸਿਆ ਸੀ ਨਾ, ਅਕਤੂਬਰ 1951 ਇਜ਼ ਦਾ ਆਨਸਰ, ਏ। ਉਹ ਤੋਂ ਬਾਅਦ ਨੈਕਸਟ ਦੇਖੋ, ਮਿਨੀਮਮ ਏਜ ਵੋਟਿੰਗ ਦੀ ਇੰਡੀਆ ਦੇ ਵਿੱਚ 21 ਈਅਰਸ ਤੋਂ ਲੈ ਕੇ 18 ਈਅਰਸ ਕਿਹੜੀ ਕੌਨਸਟੀਟਿਊਸ਼ਨ ਅਮੈਂਡਮੈਂਟ ਨਾਲ ਕੀਤੀ ਗਈ ਹੈ? ਸੋਚੋ, 2 ਮਿੰਟ ਦੇ ਰਹੀ ਹਾਂ, 2 ਮਿੰਟ ਨਹੀਂ 2 ਸੈਕਿੰਡ, ਸੌਰੀ। ਕਿਹੜੀ ਹੈ? ਸੀ, ਦੈਟ ਇਜ਼ 61st ਅਮੈਂਡਮੈਂਟ ਐਕਟ। ਆਈ ਹੋਪ ਹੁਣ ਤੁਹਾਨੂੰ ਸਾਰੇ ਕੁਐਸਚਨਸ ਯਾਦ ਵੀ ਹੋ ਗਏ ਹੋਣੇ ਆ ਇਹ ਦੇਖਣ ਤੋਂ ਬਾਅਦ। ਹੁਣ ਆਪਣੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਸਾਰੇ ਕੁਐਸਚਨਸ ਕੰਪਲੀਟ ਹੋ ਚੁੱਕੇ ਆ। ਹੁਣ ਆਪਾਂ ਗੱਲ ਕਰਦੇ ਹਾਂ ਸਟੇਟ ਇਲੈਕਸ਼ਨ ਕਮਿਸ਼ਨ ਦੀ। ਸੋ ਦੇਖੋ ਹੁਣ ਤੁਹਾਨੂੰ ਫਟਾਫਟ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਦੇ ਬਾਰੇ ਵੀ ਦੱਸ ਦਿੰਦੀ ਹਾਂ ਤਾਂ ਕਿ ਫਿਰ ਆਪਾਂ ਕੁਐਸਚਨਸ ਡਿਸਕਸ ਕਰੀਏ। ਜਿਹੜਾ ਆਪਣਾ ਸਟੇਟ ਇਲੈਕਸ਼ਨ ਕਮਿਸ਼ਨ ਹੈ, ਠੀਕ ਹੈ, ਇਹ ਆਪਣੇ ਕੋਲ ਕੀ ਹੈ? ਇਹ ਆਪਣੇ ਕੋਲ ਸਿੰਗਲ ਮੈਂਬਰ ਬੋਡੀ ਹੈ। ਓਕੇ, ਦੇਖੋ ਆਪਣੇ ਕੋਲ ਨਾ 73rd ਐਂਡ 74th ਅਮੈਂਡਮੈਂਟ ਐਕਟਸ ਹੋਏ ਸੀ, ਮੈਂ ਤੁਹਾਨੂੰ ਦੱਸਿਆ ਹੀ ਸੀ ਇਹਦੇ ਬਾਰੇ, ਪੰਚਾਇਤ ਅਤੇ ਮਿਊਨਸਿਪੈਲਿਟੀਜ਼ ਦੇ ਨਾਲ ਰਿਲੇਟਿਡ। ਈਵਨ ਆਪਣਾ ਇੱਕ ਲੈਕਚਰ ਵੀ ਹੈ ਪੂਰਾ, ਹੈ ਨਾ, ਪੰਚਾਇਤ ਦੇ ਉੱਪਰ ਜੋ ਕੁਐਸਚਨਸ ਆਏ ਹੋਏ, ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਕੁਐਸਚਨਸ ਪਾਉਂਦੇ ਆ ਪੰਚਾਇਤੀ ਰਾਜ ਦੇ ਉੱਪਰ। ਸੋ ਜਦੋਂ ਆਪਣੇ ਕੋਲ ਪੰਚਾਇਤ ਅਤੇ ਮਿਊਨਸਿਪੈਲਿਟੀਜ਼ ਬਣਾਏ, ਫਿਰ ਉਹਨਾਂ ਦੇ ਇਲੈਕਸ਼ਨਸ ਨੂੰ ਕੰਡਕਟ ਕਰਨ ਦੇ ਲਈ ਆਪਣੇ ਕੋਲ ਇੱਕ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਬਣਾਇਆ ਗਿਆ। ਓਕੇ, ਉਹ ਤੋਂ ਬਾਅਦ ਜਿਹੜਾ ਆਪਣਾ ਸਟੇਟ ਇਲੈਕਸ਼ਨ ਕਮਿਸ਼ਨ ਹੈ, ਇਹਦੀ ਕਮਿਸ਼ਨਰ ਹੈ, ਸੌਰੀ, ਇਹਦੀ ਅਪੋਇੰਟਮੈਂਟ ਕੌਣ ਕਰਦਾ ਹੈ? ਇਹਦੀ ਅਪੋਇੰਟਮੈਂਟ ਕਰੂਗਾ ਆਪਣਾ ਗਵਰਨਰ। ਉਹਦਾ ਪ੍ਰੈਜ਼ੀਡੈਂਟ ਕਰਦਾ, ਇਹਦਾ ਗਵਰਨਰ। ਓਕੇ, ਰਿਮੂਵਲ ਕਰਨਾ ਤਾਂ ਕੀ ਹੋਊਗਾ? ਇਹਨੂੰ ਉਸ ਤਰੀਕੇ ਦੇ ਨਾਲ ਰਿਮੂਵ ਕੀਤਾ ਜਾਊਗਾ ਜਿਵੇਂ ਹਾਈ ਕੋਰਟ ਦੇ ਜੱਜ ਨੂੰ ਰਿਮੂਵ ਕੀਤਾ ਜਾਂਦਾ ਹੈ। ਜਦੋਂ ਆਪਾਂ ਇਲੈਕਸ਼ਨ ਚੀਫ ਇਲੈਕਸ਼ਨ ਕਮਿਸ਼ਨਰ ਦੀ ਗੱਲ ਕੀਤੀ ਉਦੋਂ ਸੁਪਰੀਮ ਕੋਰਟ ਨੂੰ ਧਿਆਨ 'ਚ ਰੱਖਣਾ, ਜਦੋਂ ਆਪਾਂ ਸਟੇਟ ਲੈਵਲ 'ਤੇ ਆ ਗਏ ਉਦੋਂ ਹਾਈ ਕੋਰਟ ਨੂੰ ਧਿਆਨ 'ਚ ਰੱਖਣਾ। ਠੀਕ ਹੈ, ਤਾਂ ਰਿਮੂਵਲ ਕਿਵੇਂ? ਜਿਵੇਂ ਹਾਈ ਕੋਰਟ ਦੇ ਜੱਜ ਨੂੰ ਰਿਮੂਵ ਕੀਤਾ ਜਾਂਦਾ ਹੈ। ਉਹ ਤੋਂ ਬਾਅਦ ਇਹਦੀ ਟਰਮ ਕਿੰਨੀ ਹੁੰਦੀ ਹੈ ਸਟੇਟ ਇਲੈਕਸ਼ਨ ਕਮਿਸ਼ਨਰ ਦੀ? ਇਹਦੀ ਟਰਮ ਹੁੰਦੀ ਹੈ 6 ਈਅਰਸ ਔਰ 62 ਈਅਰਸ। ਓਕੇ, ਅਤੇ ਇਹਦਾ ਕੰਮ ਕੀ ਹੈ? ਕਾਹਦੇ ਕਾਹਦੇ ਇਲੈਕਸ਼ਨਸ ਨੂੰ ਕੰਡਕਟ ਕਰਵਾਉਣਾ? ਮੈਂ ਤੁਹਾਨੂੰ ਹੁਣੀ ਦੱਸਿਆ, ਪੰਚਾਇਤ ਸੇਵੀ ਐਂਡ ਮਿਊਨਸਿਪੈਲਿਟੀਜ਼ ਬੋਥ। ਓਕੇ, ਸੋ ਕੁਐਸਚਨ ਦੇਖਦੇ ਹਾਂ। ਕਹਿੰਦਾ ਕਿਹੜੀ ਚੀਜ਼ ਟਰੂ ਹੈ ਸਟੇਟ ਇਲੈਕਸ਼ਨ ਕਮਿਸ਼ਨ ਦੇ ਬਾਰੇ? ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਉਹਨੂੰ ਗਵਰਨਰ ਅਪੋਇੰਟ ਕਰਦਾ ਹੈ। ਠੀਕ ਹੈ, ਹੁਣੇ ਦੱਸਿਆ। ਇਟ ਕੰਡਕਟਸ ਇਲੈਕਸ਼ਨ ਓਨਲੀ ਆਫ ਪੰਚਾਇਤਸ। ਓਨਲੀ ਆਫ ਪੰਚਾਇਤਸ ਨਹੀਂ, ਮੈਂ ਕਿਹਦੇ ਬਾਰੇ ਦੱਸਿਆ? ਪੰਚਾਇਤ ਦਾ ਵੀ ਪਲੱਸ ਮਿਊਨਸਿਪੈਲਿਟੀਜ਼ ਦਾ ਵੀ। ਸੋ ਇਹ ਗਲਤ ਹੋ ਗਿਆ, ਤਾਂ ਕਰੈਕਟ ਆਨਸਰ ਪੁੱਛਿਆ, ਏ ਇਜ਼ ਦਾ ਆਨਸਰ। ਨੈਕਸਟ, ਪਾਵਰ ਟੂ ਕੰਡਕਟ ਇਲੈਕਸ਼ਨ ਆਫ ਪੰਚਾਇਤ ਇਜ਼ ਵੈਸਟਿਡ ਇਨ ਸਟੇਟ ਇਲੈਕਸ਼ਨ ਕਮਿਸ਼ਨਰ। ਕੌਣ ਅਪੋਇੰਟ ਕਰਦਾ? ਦੇਖੋ ਇਨਡਾਇਰੈਕਟਲੀ ਕੁਐਸਚਨ ਰਿਪੀਟ ਹੋ ਗਿਆ ਇਹ ਵਾਲਾ, ਠੀਕ ਹੈ ਨਾ। ਸੋ ਕੌਣ ਕਰਦਾ ਹੈ? ਬੀ ਇਜ਼ ਦਾ ਆਨਸਰ, ਦੈਟ ਇਜ਼ ਗਵਰਨਰ। ਓਕੇ, ਸੋ ਆਪਣੇ ਜਿਹੜੇ ਕੁਐਸਚਨਸ ਹੈ ਇਲੈਕਸ਼ਨ ਕਮਿਸ਼ਨਰ ਅਤੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਉੱਪਰ ਉਹ ਸਭ ਹੋ ਚੁੱਕੇ ਹੈ। ਹੁਣ ਨੈਕਸਟ ਦੇਖੋ, ਇੱਕ ਧਿਆਨ ਰੱਖਿਓ,
ਇੱਕ ਹੁੰਦਾ ਆਪਣਾ ਇਲੈਕਸ਼ਨ ਕਮਿਸ਼ਨ। ਕਮਿਸ਼ਨ ਇੱਕ ਬੋਡੀ ਹੈ, ਠੀਕ ਹੈ, ਜਿਹਦੇ ਵਿੱਚ 3 ਮੈਂਬਰਸ ਹੈ, ਜਿਹਨੂੰ ਇੱਕ ਨੂੰ ਬੋਲਦੇ ਆਪਾਂ ਚੀਫ ਇਲੈਕਸ਼ਨ ਕਮਿਸ਼ਨਰ, ਤੇ ਦੂਸਰੇ ਜਿਹੜੇ 2 ਮੈਂਬਰਸ ਉਹਨਾਂ ਨੂੰ ਬੋਲਦੇ ਇਲੈਕਸ਼ਨ ਕਮਿਸ਼ਨਰਸ, ਨਾਟ ਕਮਿਸ਼ਨ, ਠੀਕ ਹੈ। ਕਮਿਸ਼ਨ ਇੱਕ ਬੋਡੀ ਹੈ, ਓਕੇ। ਸੋ ਸਿਮਿਲਰਲੀ ਸਟੇਟ ਇਲੈਕਸ਼ਨ ਕਮਿਸ਼ਨ ਆਪਣਾ ਬੋਡੀ ਹੈ, ਤੇ ਸਟੇਟ ਇਲੈਕਸ਼ਨ ਕਮਿਸ਼ਨਰ ਉਹ ਬੰਦੇ ਦੀ ਗੱਲ ਹੈ ਜੋ ਹੈ ਉਸ ਬੋਡੀ ਦੇ ਵਿੱਚ, ਓਕੇ। ਸੋ ਆਪਣੇ ਕੋਲ ਇਹ ਵਾਲਾ ਕੁਐਸਚਨ ਹੈ ਕਿ ਕਿਹੜੀ ਐਸੈਂਸ਼ੀਅਲ ਕੰਡੀਸ਼ਨ ਨਹੀਂ ਹੈ ਪੋਲੀਟੀਕਲ ਪਾਰਟੀ ਦੀ ਅਗਰ ਉਹਨੇ ਨੈਸ਼ਨਲ ਪਾਰਟੀ ਬਣਨਾ ਹੈ। ਸੋ ਇਹ ਦੇਖਣ ਤੋਂ ਪਹਿਲਾਂ ਆਪਾਂ ਕੰਡੀਸ਼ਨਸ ਦੇਖਦੇ ਹਾਂ, ਫਿਰ ਇਹ ਕੁਐਸਚਨ 'ਤੇ ਵਾਪਿਸ ਆਵਾਂਗੇ, ਓਕੇ। ਸੋ ਦੇਖੋ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਅਗਰ ਕੋਈ ਪਾਰਟੀ ਨੇ ਸਟੇਟ ਪਾਰਟੀ ਬਣਨਾ ਹੈ ਤਾਂ ਕਿਹੜੀ ਕਿਹੜੀ ਕੰਡੀਸ਼ਨਸ ਹੈ ਜੋ ਪਾਰਟੀ ਫੁਲਫਿਲ ਕਰੂਗੀ ਤਾਂ ਉਹ ਪਾਰਟੀ ਸਟੇਟ ਪਾਰਟੀ ਬਣ ਸਕਦੀ ਹੈ। ਦੇਖੋ, ਇਹ ਚੀਜ਼ ਸਮਝ ਆਵੇ ਨਾ ਆਵੇ, ਠੀਕ ਹੈ, ਮੈਂ ਪਹਿਲਾਂ ਹੀ ਦੱਸ ਰਹੀ ਹਾਂ, ਸਮਝ ਆਵੇ ਨਾ ਆਵੇ ਪਰ ਇਹਨੂੰ ਰੱਟਾ ਲਗਾਉਣਾ ਹੈ। ਬਾਰ-ਬਾਰ ਸੁਣੀ ਜਾਓ ਵੀਡੀਓ ਨੂੰ ਜਾਂ ਬਾਰ ਲਿਖ ਲਓ, ਆਪਣੇ ਕੋਲ ਬਾਰ-ਬਾਰ ਰਿਵਾਈਜ਼ ਕਰੀ ਆਓ, ਕਿਉਂਕਿ ਇਹ ਚੀਜ਼ ਆਉਂਦੀ ਹੈ ਪੇਪਰਾਂ 'ਚ, ਠੀਕ ਹੈ। ਇਹਨੂੰ ਯਾਦ ਕਰਨਾ ਥੋੜ੍ਹਾ ਡਿਫੀਕਲਟ ਹੈ ਪਰ ਇੰਪੋਸੀਬਲ ਨਹੀਂ ਹੈਗਾ, ਓਕੇ। ਸੋ ਧਿਆਨ ਨਾਲ ਸੁਣਿਓ। ਦੇਖੋ, ਅਗਰ ਕੋਈ ਪਾਰਟੀ ਨੇ ਸਟੇਟ ਪਾਰਟੀ ਬਣਨਾ ਤਾਂ ਇਹਨਾਂ ਵਿੱਚੋਂ ਅਗਰ ਉਹ ਕੰਡੀਸ਼ਨਸ ਕੋਈ ਵੀ, ਜਿਵੇਂ ਪਹਿਲੀ ਕੰਡੀਸ਼ਨ ਫੁਲਫਿਲ ਕਰੇ ਜਾਂ ਸੈਕਿੰਡ ਕਰੇ ਜਾਂ ਥਰਡ ਕਰੇ, ਤਾਂ ਹੀ ਉਹ ਪਾਰਟੀ ਸਟੇਟ ਪਾਰਟੀ ਬਣ ਸਕਦੀ ਹੈ। ਤਾਂ ਹੁਣ ਆਪਾਂ ਕੰਡੀਸ਼ਨਸ ਦੇਖਦੇ ਹਾਂ। ਦੇਖੋ, ਅਗਰ ਕੋਈ ਪਾਰਟੀ ਹੈ, ਠੀਕ ਹੈ, ਹੁਣ ਸਪੋਜ਼ ਪਹਿਲਾਂ ਆਪਾਂ ਗੱਲ ਕਰਦੇ ਹਾਂ, ਹੁਣ ਸਟੇਟ ਪਾਰਟੀ ਹੈ ਤਾਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨਸ ਹੋ ਰਹੇ ਨੇ, ਠੀਕ ਹੈ। ਉਹਦੇ ਵਿੱਚੋਂ ਅਗਰ ਉਹ ਪਾਰਟੀ ਨੂੰ 6% ਵੈਲਿਡ ਵੋਟਸ ਮਿਲ ਜਾਂਦੇ ਹੈ, ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨਸ ਹੋਏ ਹੈ, ਪਲੱਸ ਉਹ ਪਾਰਟੀ ਹੈ ਜਿਹੜੀ ਉਹ 2 ਸੀਟਸ ਜਿੱਤ ਜਾਂਦੀ ਹੈ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਤਾਂ ਉਹ ਪਾਰਟੀ ਸਟੇਟ ਪਾਰਟੀ ਬਣ ਸਕਦੀ ਹੈ। ਮਤਲਬ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨਸ ਹੋਏ ਜਾਂ ਉਹ ਪਾਰਟੀ ਨੂੰ 6% ਟੋਟਲ ਵੈਲਿਡ ਵੋਟਸ ਜਿੰਨੇ ਪਏ ਆ ਉਹਦਾ 6% ਵੋਟਸ ਮਿਲ ਜਾਣ, ਪਲੱਸ ਉਹ ਵੋਟਸ ਤਾਂ ਮਿਲ ਗਏ, ਪਲੱਸ ਉਹਨੂੰ ਐਟਲੀਸਟ 2 ਸੀਟਸ ਮਿਲ ਜਾਣ, ਤਾਂ ਉਹ ਸਟੇਟ ਪਾਰਟੀ ਬਣ ਸਕਦੀ ਹੈ, ਠੀਕ ਹੈ। ਅਗਰ ਆਪਾਂ ਲੋਕ ਸਭਾ ਦੇ ਇਲੈਕਸ਼ਨਸ ਦੀ ਗੱਲ ਕਰੀਏ, ਲੋਕ ਸਭਾ ਦੇ ਇਲੈਕਸ਼ਨਸ ਹੋ ਰਹੇ ਆ ਉਹ ਸਟੇਟ ਦੇ ਵਿੱਚ, ਠੀਕ ਹੈ। ਕਿਸੇ ਪਾਰਟੀ ਨੇ ਸਟੇਟ ਪਾਰਟੀ ਕਦੋਂ ਬਣੂ? ਅਗਰ ਉਹ ਪਾਰਟੀ ਜਿਹੜੀ ਹੈਗੀ ਹੈ, ਅਗਰ ਉਹ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚ 6% ਜਿੱਤ ਜਾਂਦੀ ਹੈ ਅਤੇ ਉਹਨੂੰ 1 ਸੀਟ ਮਿਲ ਜਾਂਦੀ ਹੈ ਲੋਕ ਸਭਾ ਦੀ, ਤਾਂ ਵੀ ਉਹ ਸਟੇਟ ਪਾਰਟੀ ਬਣ ਜੂਗੀ, ਓਕੇ। ਮਤਲਬ 6% ਵੋਟਸ ਮਿਲ ਜਾਣ ਲੋਕ ਸਭਾ ਦੇ ਇਲੈਕਸ਼ਨ ਦੀ, ਪਲੱਸ 1 ਸੀਟ ਮਿਲ ਜੇ ਤਾਂ ਵੀ ਬਣ ਜੂਗੀ। ਉਹ ਤੋਂ ਬਾਅਦ ਥਰਡ ਕੰਡੀਸ਼ਨ ਕੀ ਹੈ ਕਿ ਅਗਰ ਉਹ ਜਿਹੜੀ ਪਾਰਟੀ ਹੈ ਉਹਨੂੰ 8% ਟੋਟਲ ਵੋਟਸ ਮਿਲ ਜਾਣ, ਚਾਹੇ ਲੋਕ ਸਭਾ ਦੇ ਇਲੈਕਸ਼ਨ ਹੋ ਰਹੇ ਹੈ ਚਾਹੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਹੋ ਰਹੇ ਹੈ, ਅਗਰ ਉਹਦਾ 8% ਵੀ ਮਿਲ ਗਿਆ ਟੋਟਲ ਵੈਲਿਡ ਵੋਟਸ ਦਾ, ਤਾਂ ਵੀ ਉਹ ਬਣ ਜੂ। ਵੱਧ ਮਿਲ ਜੇ ਤਾਂ ਕੋਈ ਚੱਕਰ ਹੀ ਨਹੀਂ, ਮਤਲਬ ਮਿਨੀਮਮ 8% ਤਾਂ ਮਿਲਣਾ ਚਾਹੀਦਾ ਐਟਲੀਸਟ, ਠੀਕ ਹੈ। ਉਹ ਤੋਂ ਬਾਅਦ ਫੋਰਥ ਕੰਡੀਸ਼ਨ ਕੀ ਹੈ ਕਿ ਉਹ ਪਾਰਟੀ ਹੈ ਜਿਹੜੀ ਜਦੋਂ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨਸ ਹੋ ਰਹੇ ਨੇ, ਜਾਂ ਤਾਂ ਉਹਨੂੰ ਉਹਦੇ ਵਿੱਚੋਂ 3 ਸੀਟਸ ਮਿਲ ਜਾਣ ਜਾਂ ਫਿਰ 3% ਆਫ ਦਾ ਟੋਟਲ ਸੀਟਸ ਮਿਲ ਜਾਣ, ਠੀਕ ਹੈ, ਤਾਂ ਵੀ ਜਿਹੜੀ ਉਹ ਪਾਰਟੀ ਹੈ ਉਹ ਆਪਣੇ ਕੋਲ ਸਟੇਟ ਪਾਰਟੀ ਕਹਿਲਾਊਗੀ, ਓਕੇ। ਇਹ ਕੁਛ ਇੰਪੋਰਟੈਂਟ ਚੀਜ਼ ਹੈ, ਇਹਨੂੰ ਪੜ੍ਹ ਲਿਓ। ਦੇਖੋ 3% ਇੱਥੇ ਸੀਟਸ ਹੈ, ਵੋਟਸ ਨਹੀਂ ਹੈਗੀਆਂ, ਧਿਆਨ ਰੱਖਿਓ। 3% ਸੀਟਸ ਮਿਲ ਜਾਣ ਜਾਂ ਫਿਰ 3 ਸੀਟਸ ਜਿੱਤ ਲਏ ਉਹ, ਠੀਕ ਹੈ। ਸੋ ਇਹ ਹੋ ਗਈ ਆਪਣੀ ਸਟੇਟ ਪਾਰਟੀ ਦੀ ਗੱਲ। ਹੁਣ ਨੈਕਸਟ ਆਉਂਦੇ ਹਾਂ ਨੈਸ਼ਨਲ ਪਾਰਟੀ 'ਤੇ। ਦੇਖੋ, ਅਗਰ ਕਿਸੇ ਪਾਰਟੀ ਨੇ ਨੈਸ਼ਨਲ ਪਾਰਟੀ ਕਹਿਲਾਉਣਾ ਹੈ, ਨੈਸ਼ਨਲ ਪਾਰਟੀ ਕਿਹੜੀ ਹੋ ਗਈ? ਆਲ ਇੰਡੀਆ ਲੈਵਲ 'ਤੇ, ਠੀਕ ਹੈ। ਤਾਂ ਉਹ ਪਾਰਟੀ ਨੂੰ ਜਾਂ ਤਾਂ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚ ਜਾਂ ਫਿਰ ਲੈਜਿਸਲੇਟਿਵ ਅਸੈਂਬਲੀਜ਼ ਦੇ ਇਲੈਕਸ਼ਨ ਦੇ ਵਿੱਚ ਇੱਕ ਤਾਂ 6% ਮਿਲਿਆ ਹੋਵੇ ਵੈਲਿਡ ਵੋਟਸ ਦਾ, 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚ, ਮਤਲਬ 4 ਜਾਂ 4 ਤੋਂ ਜ਼ਿਆਦਾ ਸਟੇਟ ਦੇ ਵਿੱਚ ਲੋਕ ਸਭਾ ਅਤੇ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨਸ ਹੋ ਰਹੇ ਹੈ, ਠੀਕ ਹੈ। ਕੋਈ ਪਾਰਟੀ ਹੈ, ਸਪੋਜ਼ ਕਰੋ ਆਪਣੇ ਕੋਲ ਲੋਕ ਸਭਾ ਦੇ ਇਲੈਕਸ਼ਨਸ ਹੋ ਰਹੇ ਹੈ ਸਟੇਟਸ ਦੇ ਵਿੱਚ, ਠੀਕ ਹੈ। ਕੋਈ ਪਾਰਟੀ ਹੈ, ਉਹਨੂੰ 4 ਜਾਂ 4 ਤੋਂ ਜ਼ਿਆਦਾ ਸਟੇਟਸ ਦੇ ਵਿੱਚ 6% ਵੋਟਸ ਟੋਟਲ, ਐਟਲੀਸਟ 6% ਵੋਟਸ ਉਹਨੂੰ ਮਿਲ ਗਏ, ਠੀਕ ਹੈ, ਪਲੱਸ ਉਹਨੂੰ 4 ਸੀਟਾਂ ਮਿਲ ਗਈਆਂ ਲੋਕ ਸਭਾ ਦੀਆਂ ਕਿਸੇ ਇੱਕ ਜਾਂ ਇੱਕ ਤੋਂ ਜ਼ਿਆਦਾ ਸਟੇਟ ਦੇ ਵਿੱਚੋਂ, ਠੀਕ ਹੈ, ਤਾਂ ਵੀ ਉਹ ਪਾਰਟੀ ਹੈ ਜਿਹੜੀ ਉਹ ਨੈਸ਼ਨਲ ਪਾਰਟੀ ਬਣ ਜੂਗੀ, ਓਕੇ। ਨੈਕਸਟ, ਨੈਸ਼ਨਲ ਪਾਰਟੀ ਕਦੋਂ ਬਣੂਗੀ? ਅਗਰ ਉਹ ਪਾਰਟੀ ਹੈ ਜਿਹੜੀ ਉਹ ਆਲਰੇਡੀ ਕਿਸੇ 4 ਸਟੇਟ ਦੇ ਵਿੱਚ, ਐਟਲੀਸਟ ਕਿਸੇ 4 ਸਟੇਟ ਦੇ ਵਿੱਚ ਸਟੇਟ ਪਾਰਟੀ ਬਣੀ ਹੋਊਗੀ। ਥਰਡ ਕੰਡੀਸ਼ਨ ਹੈ ਕਿ ਜਿਵੇਂ ਅਗਰ ਲੋਕ ਸਭਾ ਦੇ ਇਲੈਕਸ਼ਨਸ ਹੋ ਰਹੇ ਹੈ, ਠੀਕ ਹੈ, ਉਹ ਪਾਰਟੀ ਨੂੰ ਅਗਰ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚੋਂ 2% ਸੀਟਸ ਮਿਲ ਜਾਣ ਕਿਸੇ 3 ਜਾਂ 3 ਤੋਂ ਜ਼ਿਆਦਾ ਸਟੇਟਸ ਦੇ ਵਿੱਚੋਂ,
ਤਾਂ ਵੀ ਉਹ ਪਾਰਟੀ ਹੈ ਜਿਹੜੀ ਉਹ ਨੈਸ਼ਨਲ ਪਾਰਟੀ ਬਣ ਜੂਗੀ। ਓਕੇ, आई होप ਤੁਹਾਨੂੰ समझ आ गया होगा। ये कंसैप्ट थोड़ा टिपिकल है बट ਇਹਨੂੰ ਤੁਹਾਨੂੰ याद करना पऊगा। थर्ड है कि 2% ऑफ टोटल लोक सभा सीट्स इन 3 और मोर स्टेट्स। ठीक है, सो ਹੁਣ क्वेश्चन ਤੇ वापस आने हैं। देखो ਉਹਨੇ ਕੀ ਕਿਹਾ ਹੈ, ਕਹਿੰਦਾ ਕਿਹੜੀ ਚੀਜ਼ ਅਸੈਂਸ਼ੀਅਲ ਨਹੀਂ ਹੈ ਕਿਸੇ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਨ ਦੇ ਲਈ। देखो पहली है कि इफ अ पार्टी गेट्स 6% ऑफ टोटल वैलिड वोट्स पोल्ड इन इलेक्शन फॉर लोक सभा इन 4 और मोर स्टेट, ये ठीक है, हुणी दस्सिया। इफ अ पार्टी सेंड्स 4 इलैक्टेड मैंबर्स टू लोक सभा, ये भी ठीक है ना, 6% ਜਿਹੜੇ वोट ਆ लोक सभा च भी मिल सकते हैं, स्टेट लैजिस्लेटिव असैंबलीज च भी मिल सकते हैं। और तो बाद इफ अ पार्टी गेट्स 2% ऑफ टोटल नंबर ऑफ सीट्स इन लोक सभा फ्रॉम नॉट लैस दैन 3 स्टेट्स। ठीक है, मतलब 3 स्टेट्स ਤਾਂ ਹੋਣੀਆਂ, 3 ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਸੋ ਇਹ ਵੀ ਠੀਕ ਹੈ। ਉਹਨੇ ਕਿ ਕਿਹੜੀ ਅਸੈਂਸ਼ੀਅਲ ਕੰਡੀਸ਼ਨ ਨਹੀਂ ਹੈ, ਲਾਸਟ ਵਾਲੀ। ਕਿਉਂ? ਕਿਉਂਕਿ ਇਹਦੇ ਵਿੱਚ ਕੀ ਹੈ ਕਿ ਐਟਲੀਸਟ 2 ਸਟੇਟਸ ਨਹੀਂ, ਇੱਥੇ ਕਿੰਨਾ ਹੋਊਗਾ, ਐਟਲੀਸਟ 4 ਸਟੇਟਸ ਦੇ ਵਿੱਚ ਉਹ ਜਿਹੜੀ ਪਾਰਟੀ ਉਹ ਐਜ਼ ਅ ਸਟੇਟ ਪਾਰਟੀ ਬਣੀ ਹੋਣੀ ਚਾਹੀਦੀ ਹੈ। ਓਕੇ, ਸੋ ਜਿਹੜਾ ਅੱਜ ਦੇ ਲੈਕਚਰ 'ਚ ਇੰਨਾ ਹੀ। ਅੱਜ ਦਾ ਲੈਕਚਰ ਜਿਹੜਾ ਸੀ ਉਹ ਇੰਪੋਰਟੈਂਟ ਸੀ ਕਾਫੀ। ਇਹ ਤੋਂ ਬਾਅਦ 2 ਜਾਂ 3 ਮੈਕਸੀਮਮ ਲੈਕਚਰਸ ਹੋਰ ਬਣਨਗੇ ਪੋਲਿਟੀ ਦੇ। ਠੀਕ ਹੈ, ਨਾਲ ਨਾਲ ਹੁਣ ਆਪਣੀ ਕਰੰਟ ਦੀ ਸੀਰੀਜ਼ ਵੀ ਚੱਲ ਰਹੀ ਹੈ ਅਤੇ ਪੰਜਾਬ ਜੀਕੇ ਦੀ ਸੀਰੀਜ਼ ਵੀ ਚੱਲ ਰਹੀ ਹੈ। ਸੋ ਉਹ ਸੀਰੀਜ਼ ਵੀ ਕਾਫੀ ਇੰਪੋਰਟੈਂਟ ਹੈ, ਇਸ ਲਈ ਮੈਂ ਉਹਨਾਂ ਨੂੰ ਪੈਰਲਰ 'ਚ ਚਲਾਇਆ ਹੈ। ਓਕੇ, ਉਹਨਾਂ ਨੂੰ ਵੀ ਦੇਖਿਓ, ਤੁਹਾਡਾ ਬਹੁਤ ਬੈਨੀਫਿਟ ਹੋਊਗਾ ਉਹਨਾਂ ਨੂੰ ਦੇਖਣ ਨਾਲ, ਕਾਫੀ ਕੁਛ ਪਤਾ ਲੱਗੂਗਾ ਤੁਹਾਨੂੰ। ਕਿਉਂਕਿ ਪੰਜਾਬ ਦਾ ਕੋਈ ਵੀ ਪੇਪਰ ਦੇ ਲਓ, ਦੇਖੋ ਉਸ 'ਚ ਕਰੰਟ ਵੀ ਆਉਣਾ ਹੈ ਅਤੇ ਪੰਜਾਬ ਦਾ ਸਟੈਟਿਕ ਪਾਰਟ ਵੀ ਆਉਣਾ ਹੈ, ਤਾਂ ਉਹ ਵੀ ਕਰਨਾ ਜ਼ਰੂਰੀ ਹੈ। ਓਕੇ, ਸੋ ਅੱਜ ਦਾ ਲੈਕਚਰ ਇੱਥੇ ਹੀ ਖ਼ਤਮ ਕਰਦੇ ਹਾਂ। ਅਗਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਵਾਂ ਤਾਂ ਮੇਰੀ ਵੀਡੀਓਜ਼ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ, ਅਤੇ ਬੈਲ ਆਈਕਨ ਨੂੰ ਟੈਪ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਥੈਂਕ ਯੂ ਸੋ ਮਚ।